बिस्मिल्लाहिर्रहमानिर्रहीम। अस्सलाम वालेकुम। नाइम रोज़ टीवी मुबारक जी। ਤੁਹਾਡੀ ਖਿਦਮਤ ਚੱਲ ਰਿਹਾ ਨਾਜ਼ਰੀਨ ਸਾਡਾ ਚੈਨਲ ਨਾइम रोज़ टीवी ਸਬਸਕ੍ਰਾਈਬ ਕਰੋ। ਅੱਜ ਚੱਲਾਂਗੇ ਕੈਨੇਡਾ। ਬੜੇ ਹੀ ਅੱਛੇ ਦੋਸਤ ਅਬਦੁਲ ਗਫੂਰ ਸਾਹਿਬ ਸਾਡੇ ਨਾਲ ਹੋਣਗੇ ਤਲਕ ਕੁੰਦਰੀ ਤੋਂ। ਔਰ ਇਤਫਾਕ ਇਹ ਕਿ ਇਹਨਾਂ ਨੇ ਨਾइम रोज़ टीवी ਦੇਖਿਆ ਤੇ ਮੈਨੂੰ ਫੋਨ ਕੀਤਾ। ਉਹ ਗੱਲਾਂ ਬਾਤਾਂ ਦੇ ਵਿੱਚ ਹੀ ਇਹਨਾਂ ਨਾਲ ਤਾਰਫ ਹੋਇਆ ਤੇ ਕੋਈ ਤਲਕਾਤ ਵੀ ਨਿਕਲ ਆਏ ਤੇ ਇਹ ਵੀ ਸੀਰਾਂ ਨੇ ਰਾਹੇ ਮੌਲਾ ਰਹੇ ਨੇ। ਤੇ ਮੈਂ ਕਿ ਇਹਨਾਂ ਨੂੰ ਪੁੱਛਨੇ ਕਿ ਕੀ ਹਾਲਾਤ ਹੋਏ ਸੀ। अस्सलाम वालेकुम जी। जी वालेकुम अस्सलाम सर की हाल है? अल्हम्दुलिल्लाह, शुक्र अल्लाह का। ठीक ठाक। कैसी गुजरी कैनेडा च मैं जिंदगी? कनाडा दे विच अल्हम्दुलिल्लाह बहुत बेहतर है पाकिस्तान नालों। पाकिस्तान तो पाकिस्तान बेहतर ही है। बहुत यूरोप कैनेडा बहुत अमेरिका। हाँ जी, बस वो बदअमनी कोई नहीं गी, सुकून बहुत ज्यादा है। ठीक। जी जी, और मजे की जिंदगी है। शुक्र है। हाँ जी, अल्हम्दुलिल्लाह अल्हम्दुलिल्लाह। पाकिस्तान कुंदरी की शुगर सी जी? पाकिस्तान कुंदरी दे विच साडी वर्कशाप सीगी जी। खराद मशीन दी। अच्छा। साडे अब्बे ही लोथे हुंदे सीगे कुंदरी दे विच। माशाअल्लाह। ते ਇਹ ਦੱਸੋ ਕੁੰਦਰੀ 'ਚ ਵੀ ਕਾਫੀ ਹਾਲਾਤ ਖਰਾਬ ਹੋਏ ਸੀ। ਤੁਹਾਨੂੰ ਸ਼ਾਇਦ ਯਾਦ ਹੋਏ 74 'ਚ ਮੇਰਾ ਮਸਲਾ ਬਣਿਆ ਸੀ ਨਾ ਉੱਥੇ ਵੀ। 74 ਦੇ ਵਿੱਚ ਇੱਕ ਸ਼ਹਾਦਤ ਹੋਈ ਸੀ ਕੁੰਦਰੀ ਦੇ ਵਿੱਚ। जी जी। ਤੇ ਬਾਕੀ ਦੁਕਾਨਾਂ ਸ਼ੁਕਾਨਾਂ ਉਹਨਾਂ ਨੇ ਬਹੁਤ ਜ਼ਿਆਦਾ ਲੁੱਟੀਆਂ ਸੀਗੀਆਂ, ਬਹੁਤ ਨੁਕਸਾਨ ਪਹੁੰਚਾਇਆ ਸੀਗਾ ਕੁੰਦਰੀ ਦੇ ਵਿੱਚ। ਪਤਾ ਚੱਲਿਆ ਸੀ ਕਿਉਂਕਿ ਮੈਨੂੰ ਵੀ ਕੋਈ ਯਾਦ ਹੈ ਥੋੜਾ ਜਿਹਾ। ਮੈਂ ਤੇ ਸੁਣਿਆ ਦਾ ਹੀ ਹੈ। ਤੇ ਤੁਸੀਂ ਕੁੰਦਰੀ ਤੋਂ ਬਾਅਦ ਫਿਰ ਫੈਸਲਾਬਾਦ ਤਸ਼ਰੀਫ ਲੈ ਗਏ? ਹਾਂਜੀ, ਬਸ ਫਿਰ ਉੱਥੇ ਦੇ ਕੁਝ ਹਾਲਾਤ ਸਾਜ਼ਗਾਰ ਨਹੀਂ ਸੀਗੇ। ਜੀ ਜੀ। ਉੱਥੇ ਫੈਸਲਾਬਾਦ ਆਏ ਜੀ ਜੀ। ਤੇ ਫੈਸਲਾਬਾਦ ਅੱਲਾਹ ਤਾਲਾ ਨੇ ਬਾਂਹ ਫੜੀ, ਕੋਈ ਮਿਹਰਬਾਨੀ ਕੀਤੀ, ਮੇਰਾ ਕੰਮ ਬਹੁਤ ਅੱਛਾ ਚੱਲਿਆ। ਜ਼ਬਰਦਸਤ। ਉੱਥੇ ਜਿਹੜੀ ਮੇਰੀ ਆਖਰੀ ਮਸ਼ੀਨ ਮੈਂ ਬਣਾਈ ਸੀ ਨਾ, ਉਹ ਤਾਰੇ ਫਜ਼ਲ ਨਾਲ ਬਹੁਤ ਟਾਪ ਦੀ ਬਣੀ ਸੀ। ਅੱਛਾ। ਤੇ ਮੇਰੇ ਕੋਲ ਇੱਕ ਮੌਲਵੀ ਤੇ ਨਹੀਂ ਸੀਗਾ, ਲੇਕਿਨ ਉਹਨੂੰ ਮੌਲਵੀ ਅਸੀਂ ਕਹਿੰਦੇ ਹੁੰਦੇ ਸੀਗੇ। ਅੱਛਾ। ਸ਼ਰਾਰਤੀ ਕਹਿ ਲਓ। ਠੀਕ। ਸਾਰੇ ਕਹਿੰਦੇ ਹੁੰਦੇ ਸੀ ਮੌਲਵੀ। ਜੀ ਜੀ। ਤੇ ਉਹਦਾ ਇੱਕ ਭਰਾ ਮੇਰੇ ਕੋਲ ਕੰਮ ਸਿੱਖਦਾ ਸੀਗਾ। ਅੱਛਾ। ਜਦੋਂ ਉਹ ਪੂਰਾ ਸਿਆਣਾ ਹੋ ਗਿਆ, ਕੰਮ ਉਹਨੇ ਲਿਆ ਸਿੱਖ। ਜੀ ਜੀ। ਤੇ ਮੈਂ ਰੱਬਿਓਂ ਰੋਜ਼ ਜਾਂਦਾ ਹੁੰਦਾ ਸੀ ਫੈਸਲਾਬਾਦ, ਤੇ ਸਾਰੀ ਦਿਹਾੜੀ ਕੰਮ ਕਰਕੇ ਰਾਤ ਨੂੰ ਫਿਰ ਵਾਪਸ। ਜੀ ਜੀ। ਇੱਕ ਦਿਨ ਮੈਂ ਆਇਆ ਤੇ ਮੇਰੀ ਦੁਕਾਨ ਦੇ ਵਿੱਚ ਨਾ ਮੈਨੂੰ ਚਾਬੀ ਨਾ ਲੱਗੇ। ਮੈਂ ਤਾਲਾ ਖੋਲਣ ਦੀ ਕੋਸ਼ਿਸ਼ ਕਰਾਂ ਤੇ ਚਾਬੀ ਨਾ ਲੱਗੇ। ਅੱਛਾ। ਉਹ ਚਾਬੀ ਨਾ ਲੱਗੇ ਤੇ ਮੈਨੂੰ ਮੌਲਵੀ ਦੂਰ ਬੈਠਾ ਨਾ ਹੱਸਣ ਦਿਆ। ਠੀਕ। ਤੇ ਮੈਨੂੰ ਕਹਿੰਦਾ, ਉਸਤਾਦ ਸਿੰਧੀ ਕਹਿੰਦੇ ਹੁੰਦੇ ਸੀਗੇ, ਕਹਿੰਦਾ ਸਿੰਧੀ ਉਸਤਾਦ ਇਹ ਵਾਲੀ ਚਾਬੀ ਨਹੀਂ ਲੱਗਣੀ। ਅੱਛਾ। ਅੱਜ ਇਹਨੂੰ ਇਹ ਵਾਲੀ ਚਾਬੀ ਲੱਗਣੀ ਹੈ। ਉਹਨੇ ਮੇਰੇ ਵੱਲ ਇੱਕ ਚਾਬੀ ਸੁੱਟੀ। ਠੀਕ। ਮੈਂ ਦੁਕਾਨ ਖੋਲਣ ਦੀ ਕੋਸ਼ਿਸ਼ ਕੀਤੀ, ਖੋਲੀ ਦੁਕਾਨ ਤੇ ਵੇਖਿਆ ਅੰਦਰੋਂ ਅੱਧਿਓਂ ਬਹੁਤਾ ਸਮਾਨ ਗਿਆ। ਅੱਛਾ। ਉਹ ਮੈਂ ਕਿਹਾ ਇਹ ਕੀ ਬਦਮਾਸ਼ੀ ਹੈ। ਉਹ ਇਸ ਗੱਲ ਤੋਂ ਛੇੜ ਪਿਆ, ਕਹਿੰਦਾ ਇਹਨੂੰ ਤੂੰ ਬਦਮਾਸ਼ੀ ਕਹਿੰਦਾ, ਸਾਨੂੰ ਜ਼ਰੂਰਤ ਸੀਗੀ ਸਮਾਨ ਦੀ, ਅਸਾਂ ਕੱਢ ਲਿਆ। ਠੀਕ। ਬੜੀ ਗੱਲ ਹੈ। ਸਾਨੂੰ ਜ਼ਰੂਰਤ ਸੀ ਸਮਾਨ ਦੀ, ਅਸਾਂ ਕੱਢ ਲਿਆ। ਅੱਛਾ। ਉਹ ਨਾਲ ਹੀ ਉਹਨੇ ਜਨਾਬ ਰੋਲਾ ਪਾਤਾ ਕਿ ਇਹਨੂੰ ਬਦਮਾਸ਼ ਤੇ ਚੋਰ ਕਿਹਾ। ਮੇਰੇ ਕੀ ਕਹਿਣਾ ਸੀ? ਮੈਂ ਉਹਨੂੰ ਲੋਕਾਂ ਨੂੰ ਆਖਿਆ, ਮੈਂ ਕਿਹਾ ਯਾਰ ਦੱਸੋ ਮੈਂ ਕਿੱਥੋਂ ਆਇਆ ਵਾਂ ਰੱਬਿਓਂ, ਤੇ ਮੈਂ ਇੱਥੇ ਆ ਕੇ ਬੱਚਿਆਂ ਦੀ ਰੋਟੀ ਕਮਾਉਣ ਵਾਸਤੇ ਅੰਦਰ ਜਾਣਾ ਸੀਗਾ। ਤੇ ਇਹ ਹੁਣ ਮੇਰਾ ਸਮਾਨ ਹੀ ਸਾਰਾ ਜਿਹੜਾ ਕੀਮਤੀ ਸਮਾਨ ਸੀਗਾ, ਹੈਂਡ ਗ੍ਰਾਈਂਡਰ ਹੋ ਗਿਆ, ਖਰਾਬ ਦਾ ਚਿੱਟਾ ਹੋ ਗਿਆ, ਮਤਲਬ ਜਿਨ੍ਹਾਂ ਦੇ ਨਾਲ ਮੈਂ ਕੰਮ ਕਰਨਾ ਸੀਗਾ ਗੁਜ਼ਾਰ ਮੇਰੇ। ਜੀ ਜੀ। ਉਹ ਹੁਣ ਲੋਕੀ ਡਰ ਦੇ ਮਾਰੇ ਕੋਈ ਗੱਲ ਨਾ ਕਰਨ। ਉੱਥੇ ਤੇ ਮਜਮਾ ਇਕੱਠਾ ਹੋ ਗਿਆ। ਅੱਛਾ। ਮਜਮਾ ਛੁਰੀਆਂ ਚਾਕੂ ਵੀ ਵੇਖੀਆਂ, ਫਿਰ ਉੱਥੇ ਕਲਾਸ਼ਨਕੋਫਾਂ ਵੀ ਵੇਖੀਆਂ, ਡੰਡੇ ਤੇ ਬੇਸ਼ੁਮਾਰ ਵੇਖੇ। ਜੀ ਜੀ। ਤੇ ਵੱਡੇ ਮੰਜੇ ਹੁੰਦੇ ਨੇ ਪਾਕਿਸਤਾਨ ਦੇ ਵਿੱਚ, ਦੇਖੇ ਦੇ 8-8 ਫੁੱਟ ਦੇ ਕੇ 10-10 ਫੁੱਟ ਦੇ, ਉਹ ਲੱਗ ਕੇ ਜਨਾਬ ਉੱਥੇ ਰੋਲਾ ਪੈ ਗਿਆ। ਹੁਣ ਸਾਡੇ ਸਦਰ ਸਾਹਿਬ ਨੂੰ ਪਤਾ ਲੱਗ ਗਿਆ। ਉਹਨਾਂ ਨੇ ਬੜੀ ਹਿਕਮਤ ਦੇ ਨਾਲ ਸਾਰਾ ਵੇਖਿਆ ਚਾਖਿਆ। ਉਹਨਾਂ ਨੇ ਆਖਿਆ ਕਿ ਬਈ ਹੁਣ ਹੈਗਾ ਤੇ ਖਤਰਾ ਵੇ, ਲੜਦੇ ਅਸੀਂ ਸਕਦੇ ਨਹੀਂ ਇਹਨਾਂ ਦੇ ਨਾਲ। ਜੀ ਜੀ। ਹੱਥ ਤੇ ਇਹਨਾਂ ਨੂੰ ਪੈ ਨਹੀਂ ਸਕਦਾ। ਉਹ ਕਹਿੰਦੇ ਗਫੂਰ ਮੈਂ ਸਿਰਫ ਤੇਰੇ ਵਾਸਤੇ ਦੁਆ ਜ਼ਰੂਰ ਕਰਦਾ ਰਿਹਾ। ਜੀ ਜੀ। ਉਹ ਉਹਨਾਂ ਵਿੱਚੋਂ ਇੱਕ ਬੰਦਾ ਉੱਠਿਆ, ਉਹਨੇ ਕੋਈ ਬੜੀ ਹਿਕਮਤ ਦੇ ਨਾਲ ਨਾ ਮੈਨੂੰ ਉੱਥੋਂ ਕੱਢਿਆ। ਠੀਕ। ਉਹਨੂੰ ਕਹਿੰਦਾ ਇਧਰ ਆ, ਜ਼ਰਾ ਗੱਲ ਸੁਣ, ਮੌਲਵੀ ਤੂੰ ਬਹੁਤ ਇੱਥੇ ਜ਼ਰਾ।
ਉਹ ਗੱਲ ਕਰਦਿਆਂ ਮੈਨੂੰ ਲੈ ਗਿਆ, ਕਹਿੰਦਾ ਯਾਰ ਤੂੰ ਨਿਕਲ ਜਾ। ਅੱਛਾ। ਮੈਂ ਉੱਥੋਂ ਨਿਕਲਿਆ ਵਾਂ, ਬਸ ਫਿਰ ਉਹ ਦੁਕਾਨ ਮੇਰੀ ਉੱਥੇ ਹੀ ਫੁੱਸ ਹੋ ਗਈ। ਮਤਲਬ ਸਾਰਾ ਕੁਝ, ਹਾਂਜੀ ਛੱਡ ਨਹੀਂ ਗਈ ਉਹ ਸਮਾਨ। ਉਸ ਤੋਂ ਬਾਅਦ ਫਿਰ ਮੈਂ ਦੁਕਾਨ ਦੁਬਾਰਾ ਪਾਈ ਨਹੀਂ ਉੱਥੇ। ਨਹੀਂ ਛੱਡ ਦਿੱਤੀ ਹੈ ਜੀ, ਸਭ ਕੁਝ ਛੱਡ ਕੇ ਜਾਣਾ ਪਿਆ। ਛੱਡ ਕੇ ਜਾਣਾ ਪਿਆ ਉੱਥੋਂ। ਜੀ ਜੀ। ਫਿਰ ਮੈਂ ਰਬਾਦੇ 'ਚ ਇੱਕ ਛੋਟੀ ਜਿਹੀ ਦੁਕਾਨ ਖੋਲੀ। ਨਹੀਂ ਤਾਂ ਇਹਦੇ 'ਚ ਤੁਸੀਂ ਸੀਰਾ ਨੇ ਰਾਹੇ ਮੌਲਾ ਵੀ ਤੇ ਰਹੇ ਨਾ 85 'ਚ। 85 ਦੇ ਵਿੱਚ ਇਹ ਸਨ 24 ਮਈ 1985 ਦੇ ਵਿੱਚ ਇਹ ਸਿੰਧ ਦਾ ਵਾਕਿਆ ਹੈ। ਜਦੋਂ ਮੈਂ ਪੰਜਾਬ ਨਹੀਂ ਸੀ ਆਇਆ, ਪੰਜਾਬ ਆਉਣ ਤੋਂ ਪਹਿਲਾਂ ਮੇਰਾ ਸਿੰਧ 'ਚ ਦੁਕਾਨ ਦਾ ਵਾਕਿਆ ਹੋਇਆ ਤੁਹਾਡਾ? ਨਹੀਂ, ਇਹ ਵਾਕਿਆ ਮੇਰਾ ਫੈਸਲਾਬਾਦ ਹੋਇਆ, ਸਮੁੰਦਰੀ ਰੋਡ ਤੇ। ਅੱਛਾ। ਤੇ ਤੁਸੀਂ ਇਸ ਤੋਂ ਪਹਿਲਾਂ ਮੈਂ ਜੇਲ੍ਹ ਸੀਗਾ। ਅੱਛਾ, ਇਹਦੇ ਤੋਂ ਪਹਿਲੇ ਜੇਲ੍ਹ 'ਚ ਕਿਹੜੇ ਚੱਕਰ 'ਚ ਗਏ? ਜੇਲ੍ਹ ਦਾ ਵਾਕਿਆ ਪਹਿਲਾਂ ਮੈਂ ਜੇਲ੍ਹ ਦੇ 'ਚ ਆਇਆ ਸੀਗਾ ਕਿ ਕਲਮਾ ਉਹ ਲਗਾਉਂਦੇ ਮਟਾਉਂਦੇ ਸੀ ਮਸਜਿਦ ਤੋਂ। ਠੀਕ। ਤੇ ਜਿਹੜਾ ਕੋਈ ਖੁਦਾਮ ਇੱਧਰ ਉਧਰ ਡਿਊਟੀ ਤੇ ਹੋਣਾ ਉਹਨੂੰ ਫੜੀ ਜਾਣਾ ਬਸ। ਉਹ ਇੱਕ ਵਾਰੀ ਕੀ ਹੋਇਆ ਕਿ ਜਿਸ ਦਿਨ ਇਹਨਾਂ ਨੇ ਕਲਮਾ ਮਟਾਉਣਾ ਸੀਗਾ, ਮੌਲਵੀ ਉਹ ਰਸੂਲ ਬਖਸ਼ ਬਲੋਚ ਸੀਗਾ ਸਾਡਾ ਇੱਕ ਡਿਪਟੀ ਕਮਿਸ਼ਨਰ ਜੀ ਜੀ, ਉਹਨੇ ਆਖਿਆ ਅੱਜ ਮੈਂ ਪੂਰੀ ਲੈ ਕੇ ਆਵਾਂਗਾ ਟੀਮ ਮਸਜਿਦ ਤੇ। ਅੱਛਾ। ਸਾਡੇ ਖੁਦਾਮ ਕੀ ਕਰਦੇ ਸੀਗੇ ਕਿ ਅਸੀਂ ਕੋਸ਼ਿਸ਼ ਕਰਦੇ ਸੀਗੇ ਕਿ ਮਸਜਿਦ ਉੱਤੇ ਜ਼ਿਆਦਾ ਡਿਊਟੀਆਂ ਦਈਏ ਜੀ ਜੀ, ਤਾਂ ਕਿ ਕੋਈ ਨਾ ਸਾਡੀ ਮਸਜਿਦ ਨੂੰ ਨੁਕਸਾਨ ਨਾ ਪਹੁੰਚਾ ਸਕੇ। ਜੀ ਜੀ। ਮੈਂ ਚੱਲਾ ਮਸਜਿਦ ਤੇ ਵੱਡੇ ਭਾਂਦੇ ਅਬਦੁਲ ਸ਼ਕੂਰ ਉਹ ਉੱਠੇ ਨੇ। ਅੱਛਾ। ਤੇ ਕਹਿੰਦੇ ਕਿ ਯਾਰ ਤੂੰ ਏਦਾਂ ਕਰਕੇ ਮੈਂ ਜਾਣਾ ਵਾ। ਜੀ ਜੀ। ਮੈਂ ਕਿਹਾ ਭਾਂ ਤੁਸੀਂ ਸਾਰੇ ਰਾਤ ਡਿਊਟੀ ਦਿੱਤੀ ਹੈ। ਤੇ ਕਹਿੰਦੇ ਨਹੀਂ ਕੋਈ ਨਹੀਂ, ਤੂੰ ਛੋਟਾ ਵੇ ਤੇ ਤੂੰ ਘਰ ਰਹ। ਠੀਕ। ਉਹ ਮਸਜਿਦ ਤੇ ਡਿਊਟੀ ਦੇਣ ਗਏ ਨੇ, ਨਾਲ ਹੀ ਉਹਨਾਂ ਨੇ ਉੱਥੇ ਹੀ ਫੜ ਲਿਆ। ਉੱਥੋਂ ਫੜ ਕੇ ਲੈ ਗਏ ਸਿੱਧਾ ਉਹਨਾਂ ਨੂੰ ਜੇਲ੍ਹ 'ਚ। ਮੈਂ ਛੋਟਾ ਸੀਗਾ, ਮੈਨੂੰ ਇੰਨਾ ਤਜਰਬਾ ਕੋਈ ਨਹੀਂ ਸੀਗਾ। ਅੱਛਾ। ਮਤਲਬ ਵਰਕਸ਼ਾਪ ਚਲਾਉਣ ਦਾ ਜਾਂ ਜਿਸ ਤਰ੍ਹਾਂ ਵੀ ਹੈ। ਜੀ ਜੀ। ਉਹ ਬਸ ਸਾਡੇ ਘਰ ਦੇ ਹਾਲਾਤ ਜ਼ਰਾ ਡਿਸਟਰਬ ਹੋ ਗਏ। ਸਾਡੇ ਵੱਡੇ ਭਾਈ ਨਹੀਂ ਸੀਗੇ ਸਾਰਾ ਕੁਝ ਕਰਦੇ। ਜੀ ਜੀ। ਉਹ ਇੱਕ ਵਾਰੀ ਫਿਰ ਮੇਰੀ ਡਿਊਟੀ ਦੀ ਵਾਰੀ ਆਈ, ਮੈਂ ਡਿਊਟੀ ਦੇਣ ਗਿਆ ਵਾਂ ਤੇ ਰਾਤੀ 2:30 ਵਜੇ ਉਹਨਾਂ ਨੇ ਮਾਰਿਆ ਛਾਪਾ ਮਸਜਿਦ 'ਚ। ਮਸਜਿਦ 'ਚ ਮਾਰਿਆ ਛਾਪਾ, ਬੇਸ਼ੁਮਾਰ ਪੁਲਿਸ। ਨਹੀਂ ਪਰ ਕਾਹਦਾ ਛਾਪਾ ਮਾਰਿਆ ਉੱਥੇ? ਮਸਜਿਦ 'ਚ ਤੇ ਨਮਾਜ਼ ਹੀ ਪੜ੍ਹਦੇ, ਉੱਥੇ ਕੀ ਹੈ? ਫਿਰ ਮੈਂ ਵੇਖੀ ਦੀ ਫੈਸਲਾਬਾਦ ਮਸਜਿਦ। ਇਹ ਦੇਖੋ ਜੀ, ਇਹ ਤਾਂ ਹੁਣ ਇਹਨਾਂ ਮੌਲਵੀਆਂ ਨੂੰ ਪੁੱਛਿਆ ਜਾਵੇ ਨਾ ਕਿ ਇਹਨਾਂ ਨੂੰ ਤਕਲੀਫ ਕੀ ਹੈ, ਕੀ ਇਹਨਾਂ ਦੀ ਬੇਸ਼ੱਕ ਇਹਨਾਂ ਦੀ ਪ੍ਰੋਬਲਮ ਕੀ ਹੈ। ਹੁਣ ਮਸਜਿਦ ਤੇ ਆਉਂਦਾ ਨਾ, ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਫੇਸ ਕੀਤਾ। ਅੱਛਾ। ਜਦੋਂ ਪੁਲਿਸ ਵਾਲੇ ਆਏ ਨੇ ਨਾ ਮਸਜਿਦ ਵਿੱਚ, ਜੀ ਜੀ, ਤੇ ਮੈਨੂੰ ਕਹਿੰਦਾ ਕਿ ਤੁਮ ਇਧਰ ਕਿਆ ਕਰ ਰਹੇ ਹੋ? ਅੱਛਾ। ਮੈਂ ਕਿਹਾ ਮੈਂ ਇੱਥੇ ਡਿਊਟੀ ਦੇ ਰਿਹਾ। ਕਾਹੇ ਕੀ ਡਿਊਟੀ ਦੇ ਰਹੇ ਹੋ? ਮੈਂ ਕਿਹਾ ਯਾਰ ਮੌਲਵੀ ਆਉਂਦੇ ਨੇ ਤੇ ਕਲਮਾ ਮਿਟਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਅਸੀਂ ਬੈਠੇ ਆ ਕਿ ਜਿੱਥੋਂ ਤੱਕ ਹਿੰਮਤ ਹੈ ਉਹਨਾਂ ਨੂੰ ਬਾਜ਼ ਰੱਖੀਏ। ਹਾਂ। ਤੇ ਮੈਨੂੰ ਕਹਿੰਦਾ ਤੁਹਾਡਾ ਅਸਲਾ ਕਿਧਰ ਹੈ? ਅੱਛਾ। ਮੈਂ ਇੱਕ ਹੱਥ ਬੰਦ ਕੀਤਾ, ਮੈਂ ਕਿ ਮੁੱਕਾ ਦਿਖਾਇਆ। ਮੈਂ ਕਿਹਾ ਇੱਕ ਇਹ ਵੇ ਤੇ ਦੂਸਰਾ ਮੈਂ ਹੱਥ ਦੁਆ ਵਾਸਤੇ ਬੁਲੰਦ ਕੀਤੇ। ਮੈਂ ਕਿਹਾ ਦੋ ਹਥਿਆਰ ਨੇ ਸਾਡੇ ਕੋਲ ਇਹੀ ਅਸਲਾ ਵੇ। ਜੀ ਜੀ। आई जी नहीं तुम झूठ बोलते हो, तुम्हारे पास असला है। मैं कहा यार मैं इतने वहां तू ही इतने वेख ला, इतने कोई शय नहीं गई असले वाली, इवन डंडा भी कोई नहीं गा। जी जी। अच्छा, उस दिन मेरे को डंडा भी कोई नहीं सी। हुंदा ना कोई माड़ी मोटी छड़ी बंदे ने हाथ च फड़ी होवे। जी जी। कोई शय कोई नहीं। मैं कहा पूरी मस्जिद है मैं खलोता होया। जी जी। ਉਹ ਬਸ ਮੇਰੇ ਨਾਲ ਗੱਲ ਕਰਦੇ ਉਹ ਜੁੱਤੀਆਂ ਸਣੇ ਜਾਵੜੇ ਮਸਜਿਦ ਵਿੱਚ। ਅੱਛਾ। ਤੇ ਸਫਾ ਚੁੱਕ ਇੱਧਰ ਕਰ ਉੱਧਰ ਕਰ ਫਲਾਣ ਕੁਛ ਹੁੰਦਾ ਤੇ ਵਿਚਾਰਨ ਲੱਗਦਾ। ਹਾਂ ਨਹੀਂ, ਉੱਥੇ ਕੀ ਹੋਣਾ ਸੀਗਾ। ਉਹ ਬਾਹਰ ਆਏ ਤੇ ਮੈਂ ਉਹਨਾਂ ਦੇ ਨਾਲ ਹੀ ਬਾਹਰ ਆਇਆ ਵਾਂ ਤੇ ਵੇਖਿਆ ਘਰਾਂ ਚ ਕਈ ਬਜ਼ੁਰਗਾਂ ਨੂੰ ਉਹਨਾਂ ਨੇ ਫੜ ਲਿਆ। ਅੱਛਾ। ਉਹ ਸੁੱਤੇ ਪਏ ਵਿਚਾਰੇ ਗਹਿਰੀ ਨੀਂਦ। ਜੀ ਜੀ। ਬੂਹੇ ਖੜਕਾ ਕੇ ਉਹਨਾਂ ਨੂੰ ਕੱਢਿਆ ਬਾਹਰ, ਲਾਈਨ ਚ ਲਗਾਇਆ। ਅੱਛਾ। ਤੇ ਚਲੋ ਜੀ ਤੁਸੀਂ ਅਰੈਸਟ ਹੋ, ਤੁਹਾਨੂੰ ਡਿਟੇਨ ਕਰਨੇ ਆ, ਅਸੀਂ ਨਜ਼ਰਬੰਦ ਕਰਨੇ ਆ। ਜੀ। ਯਾਰ ਨਜ਼ਰਬੰਦ ਬਈ ਜੁਰਮ ਕੀ ਹੈ ਸਾਡਾ? ਜੁਰਮ ਤੁਹਾਨੂੰ ਉੱਥੇ ਜਾ ਕੇ ਦੱਸਾਂਗੇ। ਠੀਕ। ਤੇ ਇਹਨਾਂ ਨੇ ਕਲਮੇ ਦੀ ਤੋਹੀਨ ਕੀਤੀ ਹੈ। ਅੱਛਾ। ਹੁਣ ਸਾਨੂੰ ਉਹਨਾਂ ਨੇ ਲਾਕਅਪ ਚ ਸੁੱਟ ਦਿੱਤਾ। ਲਾਕਅਪ ਦੇ ਵਿੱਚ ਯਾਰ ਅਸੀਂ ਤੋਬਾ ਇਸਤਗਫਾਰ, ਹਰ ਬੰਦੇ ਨੂੰ ਇਨਸਾਨੀ ਜ਼ਰੂਰਤ ਹੁੰਦੀ ਹੈ। ਬਿਲਕੁਲ।
मतलब पेशाब पखाने की हर चीज की जरूरत होंगी है, सारी दुनिया इस्तेमाल करती है। जिस तरह इलाके में उन्होंने सानू सुटिया है ना जी जी ते इतनी शदीद बो जी जी कि असी आख्या यार उस तरह तो नहीं, बाकी यार दम घुटन नाल ही मार हम्म जावांगे। साडे च एक बजुर्ग बंदे सीगे, उन्होंने आख्या कि बई गल वे है कि जो कुछ हो रहा होण ते खुदा दी खातर ते है, कीता ते असां कुछ नहीं गा, जुल्म ते असीं कुछ नहीं कीता। जी जी जो भी हो रहा है इनू खुदा दी खातर सबर नाल बर्दाश्त करोगे जी जी ते तुहाडे ते अल्लाह भी आपे ही कोई ना कोई इनाम नाज़िल कर देगा। नहीं तो उत्थे अंदर कोई वाशरूम कोई नहीं सी हैगा? नहीं जी नहीं, वाशरूम कोई नहीं। सलाखां दे नाल मैं हुण जी जी लोग ना सुन रहे होण, नहीं इतनी नहीं बुरी हालत है जी जी कि तुसीं अंदाजा करो कि सलाखां ने ना जेल दियां सलाखां, उस तो बाद एक बरामदा आंदा सी, बाहर सड़क वगदी सी, जी जी और लाकअप दियां सलाखां। जी जी उथों तुसीं बाहर एक गिलास पिया होवे, गिलास दे पेशाब करना है ते नाल ही नाली ओहदे डोलना है। बहुत बुरा हाल। यकीन करो कि मैनू वो मंजर नहीं भुलदा। मैं 4.5 गिलास पानी पेशाब दे कीते सी उस दिन। ਤੁਸੀਂ मतलब ਉਮਰ ਕਿੰਨੀ ਸੀ रात ਉਦੋਂ मैं पढ़िया ਤੁਹਾਡੀ? होया सी। मेरी उम्र उदों तकरीबन 21 साल सी, 21-22 साल। ਔਰ ਫਸਟ ਟਾਈਮ ਇਹ ਤੁਹਾਨੂੰ ਦੇਖਿਆ ਕਿ ਤੁਸੀਂ ਪਾਕਿਸਤਾਨ ਦੀ ਜੇਲ੍ਹ ਦੀ ਇਹ ਹਾਲਤ ਹੈ? हाँ जी, वो जेल की हालत। जी जी अं- अंदर वो बाहर वालों को हजरत मुस्लिम और रजी अल्लाह तआला अन्हु दा शेर, वो फजल तेरा या रब या कोई इब्तला हो, राजी है मुस्लिम में जिसमें तेरी रजा हो। ਸੁਭਾਨ ਅੱਲਾ। एक साडे बुजुर्ग ने पढ़िया तो उन्होंने ना बड़ा रो के पढ़िया। अच्छा मैं मनु हुण भी आंसू आंदे ने अखां च कि उस बेचारे बुजुर्ग की हालत, बहुत बुजुर्ग आदमी सीगे जी जी ते उन्होंने ऐ पढ़िया कि भई हो फजल तेरा या रब या कोई इब्तला हो, जी जी राजी है हम उसी में जिसमें तेरी रजा हो। जी जी मैं कहा यार हुण 70-80 साल दा बापा होवे। अच्छा इन्नी उम्र ਦੇ ਬਜ਼ੁਰਗ ਨੂੰ ਹੀ ਫੜਿਆ ਦਾ? हाँ, उन्हां दी उम्र उस टाइम 60 दे करीब सीगी अच्छा ते साडे अमीर साहब की उम्र उस टाइम 72 साल सीगी। ਉਹ ਵੀ ਗ੍ਰਿਫਤਾਰ? ਉਹ ਵੀ ਨਾਲ, ਉਹ ਵੀ। ਤੇ ਕਿੰਨੀ ਜਗ੍ਹਾ 'ਚ ਤੁਸੀਂ ਸਾਰੇ ਲੋਕ ਸੀ, ਕਿੰਨੇ ਬੰਦੇ ਸੀ ਟੋਟਲ ਵੈਸੇ? ਇਹ ਤੁਸੀਂ ਨਾ ਬਹੁਤ ਦਿਲਚਸਪ ਜਿਹਾ ਸਵਾਲ ਕੀਤਾ ਹੈ। ਜਿਹੜਾ ਕੁੰਦਰੀ ਦਾ ਲਾਕਅਪ ਸੀਗਾ ਜੀ, ਉਹ ਵੀ ਜੀ। ਬਹੁਤ ਵੱਡਾ, ਠੀਕ ਖੁੱਲਾ ਸੀਗਾ। ਜੀ ਜੀ ਉਮਰਕੋਟ ਜੇਲ੍ਹ 'ਚ ਰੱਖਿਆ, ਅੱਛਾ ਗੱਲ ਉਹ ਹੈ ਵੀ ਬਾਤ ਕਾਫੀ ਖੁੱਲਾ। ਭਾਈ ਨੇ ਜੀ ਜੀ ਇਹ ਪਾਰਟ 1 ਹੈ ਸਾਡੇ ਇਸ ਪ੍ਰੋਗਰਾਮ ਦਾ ਨਾਜ਼ਰੀਨ, ਅੱਛਾ ਤੇ ਪਾਰਟ ਜੀ 2 'ਚ ਅੱਗੇ ਫਿਰ ਇਹਨਾਂ ਨਾਲ ਗੱਲਬਾਤ ਕਰਾਂਗੇ। ਜੁੜੇ ਰਹੋ 9 ਬ੍ਰਦਰਜ਼ ਟੀਵੀ ਦੇ ਨਾਲ, ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਲਓ ਜੀ ਮਿਲਨੇ ਪਾਰਟ 2 'ਚ ਤੁਹਾਡੇ ਨਾਲ ਨਾ, ਠੀਕ ਹੈ? ਠੀਕ ਓਕੇ।